ਸੋ ਜਿਵੇਂ ਕਿ ਤੁਹਾਡੀ ਸਾਰਿਆਂ ਦੀ ਡਿਮਾਂਡ ਸੀ ਕਿ ਆਪਾਂ OBS ਦੇ ਥਰੂ ਕਿਵੇਂ ਆਪਣੀ ਲੈਕਚਰ ਨੂੰ ਬਹੁਤ ਸੁਖੇਲੇ ਤਰੀਕੇ ਦੇ ਨਾਲ ਰਿਕਾਰਡ ਕਰ ਸਕਦੇ ਹਾਂ। ਸੋ ਮੈਂ ਅੱਜ ਤੁਹਾਨੂੰ ਐਕਸਪਲੇਨ ਕਰਾਂਗਾ ਕਿ ਆਪਾਂ OBS ਦੇ ਮਿਨੀਮਮ ਫੀਚਰਸ ਨੂੰ ਯੂਜ਼ ਕਰਕੇ ਬੇਸਿਕਲੀ ਆਪਾਂ ਰਿਕਾਰਡ ਕਰਨੀ ਹੋਵੇ ਲੈਕਚਰ ਤਾਂ ਆਪਾਂ ਰਿਕਾਰਡ ਕਿਵੇਂ ਲੈਕਚਰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਸਿਸਟਮ ਤੇ OBS ਨੂੰ ਇੰਸਟਾਲ ਨਹੀਂ ਕੀਤਾ ਤਾਂ OBS ਨੂੰ ਆਪਾਂ ਇੰਸਟਾਲ ਕਰਨ ਵਾਸਤੇ Google Chrome ਜਾਂ ਕੋਈ ਵੀ ਤੁਸੀਂ ਵੈਬ ਬਰਾਊਜ਼ਰ ਯੂਜ਼ ਕਰ ਸਕਦੇ ਹੋ ਲਾਈਕ ਇੰਟਰਨੈਟ ਐਕਸਪਲੋਰਰ ਐਂਡ ਆਲ। ਇਹਦੇ 'ਚ ਆਪਾਂ ਸਿੰਪਲੀ ਯੂ ਕੈਨ ਤੁਸੀਂ ਓਪਨ ਕਰ ਸਕਦੇ ਹੋ google.co.in। ਸੋ ਜਦੋਂ ਗੂਗਲ ਦਾ ਆਪਾਂ ਸਰਚ ਇੰਜਨ ਓਪਨ ਕਰਦੇ ਹਾਂ ਤਾਂ ਆਪਾਂ ਸਰਚ ਕਰਦੇ ਹਾਂ OBS ਸਟੂਡੀਓ ਜਾਂ OBS ਇਕੱਲਾ ਵੀ ਲਿਖ ਦੋਗੇ ਤਾਂ ਵੀ ਆ ਜਾਏਗਾ। OBS ਸਟੂਡੀਓ ਲਿਖ ਦੋਗੇ ਤਾਂ OBS ਸਟੂਡੀਓ ਦੇ ਆਪਣੇ ਕੋਲ ਸਰਚ ਰਿਜ਼ਲਟਸ ਆ ਜਾਣਗੇ। ਸੋ ਪਹਿਲੇ ਹੀ ਜਿਹੜਾ ਆਪਣੇ ਕੋਲ ਸਰਚ ਰਿਜ਼ਲਟ ਆਇਆ ਤੁਸੀਂ ਦੇਖ ਸਕਦੇ ਹੋ ਕਿ ਇਹਦੇ 'ਚ ਹੈ obsproject.com। ਉਹਦੇ ਵਿੱਚ OBS ਓਪਨ ਬ੍ਰੌਡਕਾਸਟਰ ਸੌਫਟਵੇਅਰ। ਸੋ OBS ਦੀ ਫੁੱਲ ਫਾਰਮ ਕੀ ਹੈ? ਓਪਨ ਬ੍ਰੌਡਕਾਸਟਰ ਸੌਫਟਵੇਅਰ। ਸੋ ਮੈਂ ਇਸ ਵੈਬਸਾਈਟ ਤੇ ਕਲਿੱਕ ਕਰਾਂਗਾ। ਇਸ ਵੈਬਸਾਈਟ ਤੇ ਕਲਿੱਕ ਕਰਨ ਤੇ ਆਪਣੇ ਕੋਲ OBS ਸਟੂਡੀਓ ਦੀ ਵੈਬਸਾਈਟ ਓਪਨ ਹੋ ਗਈ। ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ OBS ਦੀ ਇੱਕ ਵੈਬਸਾਈਟ ਓਪਨ ਹੋਈ ਹੈ ਜਿੰਦੇ ਵਿੱਚ ਬਹੁਤ ਕਲੀਅਰ ਕੱਟ ਲਿਖਿਆ ਹੈ OBS ਸਟੂਡੀਓ ਔਰ ਤਿੰਨ ਆਪਣੇ ਕੋਲ ਆਪਸ਼ਨਸ ਨੇ ਵਿੰਡੋਜ਼, ਮੈਕ ਆਪਰੇਟਿੰਗ ਸਿਸਟਮ ਐਂਡ ਲਾਈਨੈਕਸ। ਸੋ ਜਿਹੜਾ ਵੀ ਤੁਸੀਂ ਲੈਪਟਾਪ ਜਾਂ ਸਿਸਟਮ ਯੂਜ਼ ਕਰ ਰਹੇ ਹੋ ਉਸ ਦੇ ਅਕੋਰਡਿੰਗਲੀ ਤੁਸੀਂ ਚੂਜ਼ ਕਰ ਸਕਦੇ ਹੋ। ਜੇ ਤਾਂ ਤੁਸੀਂ ਵਿੰਡੋਜ਼ ਆਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹੋ ਤਾਂ ਵਿੰਡੋਜ਼ ਦੇ ਇਸ ਬਟਨ ਨੂੰ ਕਲਿੱਕ ਕਰੋਗੇ। ਜੇ ਮੈਕ ਆਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹੋ ਤਾਂ ਮੈਕ ਆਪਰੇਟਿੰਗ ਸਿਸਟਮ ਨੂੰ ਕਲਿੱਕ ਕਰੋਗੇ। ਜੇ ਲਾਈਨੈਕਸ ਨੂੰ ਯੂਜ਼ ਕਰ ਰਹੇ ਹੋ ਤਾਂ ਲਾਈਨੈਕਸ ਨੂੰ ਕਲਿੱਕ ਕਰੋਗੇ। ਸੋ ਇਹ ਸਪੋਜ਼ ਵੀ ਆਰ ਯੂਜ਼ਿੰਗ ਵਿੰਡੋਜ਼ ਆਪਰੇਟਿੰਗ ਸਿਸਟਮ, ਇਹਨੂੰ ਆਪਾਂ ਕਲਿੱਕ ਕਰਦੇ ਹਾਂ। ਸੋ ਇੱਕ ਤੁਸੀਂ ਦੇਖੋਗੇ ਕਿ ਆਪਣੇ ਕੋਲ ਇੱਕ EXE ਫਾਈਲ ਡਾਊਨਲੋਡ ਹੋਣ ਨੂੰ ਆ ਗਈ ਹੈ ਜਿਸ ਦਾ ਨਾਮ ਹੈ OBS Studio 25.0.8 ਫੁੱਲ ਇੰਸਟਾਲਰ X4। ਸੋ ਇਸ ਤਰ੍ਹਾਂ ਤੁਹਾਡੇ ਅਕੋਰਡਿੰਗਲੀ ਤੁਹਾਨੂੰ ਜਿਹੜੀ ਵੀ ਫਾਈਲ ਹੈ ਉਹ ਇੰਸਟਾਲ ਕਰਨ ਨੂੰ ਆ ਜਾਏਗੀ। ਤਾਂ ਤੁਸੀਂ ਇਸ ਦਾ ਦੇਖ ਸਕਦੇ ਹੋ ਕਿ ਇਹ ਕਿੱਥੇ ਇੰਸਟਾਲ ਕਰ ਰਿਹਾ ਹੈ। ਉਹ ਇੰਸਟਾਲ ਡਿਪੈਂਡ ਕਰਦਾ ਹੈ ਕਿ ਤੁਹਾਡੇ ਲੈਪਟਾਪ ਦੇ ਵਿੱਚ ਜਾਂ ਡੈਸਕਟਾਪ ਦੇ ਵਿੱਚ ਕਿਹੜੀ ਸੈਟਿੰਗ ਹੋਈ ਹੈ, ਉਹਦੇ ਅਕੋਰਡਿੰਗਲੀ ਉਹ ਫਾਈਲ ਉੱਥੇ ਡਾਊਨਲੋਡ ਹੋ ਜਾਏਗੀ। ਹੁਣ ਆਪਾਂ ਇੱਥੇ ਸੇਵ ਨੂੰ ਕਲਿੱਕ ਕਰਾਂਗੇ। ਸੇਵ ਕਲਿੱਕ ਕਰਾਂਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਣੇ ਕੋਲ ਇੱਕ OBS ਸਟੂਡੀਓ ਕਰਕੇ ਇੱਕ ਆਪਣੇ ਕੋਲ EXE ਫਾਈਲ ਡਾਊਨਲੋਡ ਹੋ ਗਈ। ਉਸ EXE ਫਾਈਲ ਨੂੰ ਆਪਾਂ ਕਲਿੱਕ ਕਰਕੇ ਇੰਸਟਾਲ ਕਰ ਸਕਦੇ ਹਾਂ। ਸੋ ਉਹ ਇੰਸਟਾਲੇਸ਼ਨ ਮੈਂ ਨਹੀਂ ਕਰਾਂਗਾ ਕਿਉਂਕਿ ਆਲਰੇਡੀ ਮੇਰੇ OBS ਜਿਹੜਾ ਇੰਸਟਾਲ ਹੈ। ਸੋ ਨਾਓ ਆਪਾਂ ਨੈਕਸਟ ਦੇਖਦੇ ਹਾਂ ਕਿ ਹੁਣ OBS ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। ਸੋ ਜਿਵੇਂ ਕਿ ਜਦੋਂ ਤੁਹਾਡੇ ਕੋਲ OBS ਇੰਸਟਾਲ ਹੋ ਜਾਏਗਾ ਸੋ ਤੁਸੀਂ ਇਹ ਕਰ ਸਕਦੇ ਹੋ ਕਿ ਆਪਣੇ ਸਰਚ ਬਾਕਸ ਦੇ ਵਿੱਚ OBS ਨੂੰ ਸਰਚ ਕੀਤਾ। ਸੋ ਮੇਰੇ ਕੋਲ OBS ਸਟੂਡੀਓ ਜਿਹੜਾ ਹੈ ਆਲਰੇਡੀ ਇੰਸਟਾਲਡ ਸੀਗਾ। ਸੋ ਮੈਂ OBS ਸਟੂਡੀਓ ਨੂੰ ਓਪਨ ਕੀਤਾ। ਸੋ ਇਹ ਤੁਸੀਂ ਇੰਟਰਫੇਸ ਦੇਖ ਸਕਦੇ ਹੋ, ਇੱਕ ਇੰਟਰਫੇਸ ਆ ਗਿਆ ਆਪਣੇ ਕੋਲ ਜਿਸ ਇੰਟਰਫੇਸ ਦੇ ਵਿੱਚ ਕਾਫੀ ਸਾਰੇ ਆਪਸ਼ਨਸ ਨੇ। ਸੋ ਮੈਂ ਸਾਰੇ ਆਪਸ਼ਨਸ ਨਹੀਂ ਐਕਸਪਲੇਨ ਕਰਾਂਗਾ ਬਟ ਐਵੇਂ ਦੇ ਆਪਸ਼ਨਸ ਐਕਸਪਲੇਨ ਕਰਾਂਗਾ ਜਿੰਦੇ ਥਰੂ ਬਹੁਤ ਈਜ਼ੀਲੀ ਤੁਸੀਂ ਆਪਣਾ ਇੱਕ ਵੀਡੀਓ ਰਿਕਾਰਡ ਕਰ ਸਕਦੇ ਹੋ, ਵੀਡੀਓ ਲੈਕਚਰ ਇੰਸਟਾਲ ਕਰ ਸਕਦੇ ਹੋ। ਸੋ ਨੀਚੇ ਤੁਹਾਡੇ ਕੋਲ ਆਪਸ਼ਨਸ ਨੇ ਸੀਨਸ, sources, audio mixer, scene transitions and controls। सो नीचे अपने को बॉक्सेस देख रहे हैं। ओपन अपने को एक है प्रीव्यू एक प्रोग्राम। सो हाल दी घड़ी आप इस सोर्सिस ਨੂੰ यूज़ करांगे। सोर्सिस ਦੇ ਵਿੱਚ ਆਪਣੇ ਕੋਲ ਕੀ ਹੈ ਕਿ ਜਿਵੇਂ ਕਿ ਇੱਕ ਆਪਸ਼ਨ ਹੈ ਕਿ ਸਿੰਪਲ ਤੁਸੀਂ ਆਪਣੀ ਰਿਕਾਰਡਿੰਗ ਕਰਨਾ ਚਾਹੁੰਦੇ ਹੋ ਫਿਰ ਤਾਂ ਉਹ ਇਸ ਵੇਲੇ ਵੀ ਰਿਕਾਰਡਿੰਗ ਹੋ ਸਕਦੀ ਹੈ। ਜੇ ਤੁਸੀਂ ਸਿੰਪਲ ਆਡੀਓ ਰਿਕਾਰਡਿੰਗ ਕਰਨੀ ਹੈ ਤਾਂ ਆਡੀਓ ਰਿਕਾਰਡਿੰਗ ਵਾਸਤੇ ਸਿੰਪਲ ਕੀ ਹੈ, ਤੁਸੀਂ ਇੱਥੇ ਦੇਖ ਰਹੇ ਹੋ ਕਿ ਆਡੀਓ ਮਿਕਸਰ ਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਦਿਖ ਰਹੀਆਂ ਨੇ, ਇੱਕ ਤਾਂ ਡੈਸਕਟਾਪ ਆਡੀਓ ਔਰ ਦੂਸਰਾ ਮਿਕਸ ਮਾਈਕ ਔਰ ਆਕਜ਼ਿਲਰੀ। ਸੋ ਜੇ ਮਾਈਕ ਨੂੰ ਤੁਸੀਂ ਦੇਖ ਰਹੇ ਹੋ ਤਾਂ ਇੱਥੇ ਦੇਖੋਗੇ ਇਹ ਬਾਰ ਜਿਹੜਾ ਹੈ ਮੂਵ ਕਰ ਰਿਹਾ ਹੈ। ਇਹਦਾ ਮਤਲਬ ਕਿ ਤੁਹਾਡੀ ਆਵਾਜ਼ ਹੈ ਜਿਹੜੀ ਉਹ ਮਾਈਕ ਦੇ ਥਰੂ ਮਤਲਬ ਜਿਹੜੇ ਲੈਪਟਾਪ ਦੇ ਮਾਈਕ ਦੇ ਥਰੂ ਇਹ ਕੈਪਚਰ ਹੋ ਪਾ ਰਹੀ ਹੈ, ਰਾਈਟ। ਸੋ ਇਸ ਕਰਕੇ ਇਹ ਕੀ ਹੈ मूव कर रहा है। इट मीनस कि तुहाडी जिहड़ी वाइब्रेशन जिहड़ी है वो इसनूं कैच कर रही है तुहाडी साउंड दी और ये इस तरह क्योंकि पिच तुहाडी घटदी वधदी है उस अकॉर्डिंगली ये जिहड़ा बार है अगे पिछे जा रहा है। सो हुण आपां की सिंपल रिकॉर्डिंग करनी है तो आपां इत्थे स्टार्ट रिकॉर्डिंग कर सकते हैं, राइट। सो सिंपली मैं क्लिक करांगा स्टार्ट रिकॉर्डिंग। सो जे मैं स्टार्ट रिकॉर्डिंग नूं क्लिक करदा सो नाउ आपां OBS नूं यूज़ कर रहे हैं और सिंपल इहदे विच ऑडियो नूं रिकॉर्ड कर रहे हैं। ऑडियो ਨੂੰ ਰਿਕਾਰਡ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਆਪਸ਼ਨ ਹੈ ਇੱਥੇ ਫਾਈਲ, ਰਾਈਟ, ਸ਼ੋ ਰਿਕਾਰਡਿੰਗਸ, ਰਾਈਟ। ਸੋ ਉਹ ਮੈਂ ਹੁਣੇ ਆਪਸ਼ਨ ਤੇ ਆਣਾ। ਹੁਣ ਆਪਾਂ ਥੋੜੀ ਜਿਹੀ ਰਿਕਾਰਡਿੰਗ ਕਰ ਲਈ। ਹੁਣ ਇੱਥੇ ਆਪਸ਼ਨ ਹੈ ਸਟਾਪ ਰਿਕਾਰਡਿੰਗ। ਸੋ ਮੈਂ ਸਟਾਪ ਰਿਕਾਰਡਿੰਗ ਕਰਤੀ। ਸਟਾਪ ਰਿਕਾਰਡਿੰਗ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ
कि ऊपर टॉप ਤੇ एक फाइल ਦੀ ਆਪਸ਼ਨ है, फाइल ਆਪਸ਼ਨ ਦੇ ਵਿੱਚ शो रिकॉर्डिंग्स है। ਜਦੋਂ शो रिकॉर्डिंग्स ਨੂੰ ਕਲਿੱਕ ਕਰਾਂਗੇ ਤਾਂ ਇੱਕ ਇਹ ਬ੍ਰਾਊਜ਼ਰ ਓਪਨ ਕਰ ਦੇਗਾ। ਬ੍ਰਾਊਜ਼ਰ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਰਿਕਾਰਡਿੰਗ ਹੈ ਹੋ ਚੁੱਕੀ ਹੋਏਗੀ। ਸੋ ਆਪਾਂ ਇਹ ਲੇਟੈਸਟ ਫਾਈਲ ਹੈ ਜਿਹਨੂੰ ਮੈਂ ਸੋ ਇਹ ਆਪਸ਼ਨ ਸੀ ਜਿੰਦੇ ਥਰੂ ਤੁਸੀਂ ਦੇਖਿਆ ਹੋਣਾ ਹੈ ਕਿ ਇਹ ਇੱਕ ਰਿਕਾਰਡਿੰਗ ਹੋ ਚੁੱਕੀ ਹੈ। ਇਹ ਸਿੰਪਲ ਆਡੀਓ ਰਿਕਾਰਡਿੰਗ ਸੀ ਜਿੰਦੇ ਵਿੱਚ ਆਪਣੇ ਕੋਲ ਬੈਕਗ੍ਰਾਉਂਡ ਤੇ ਆਪਾਂ ਕੋਈ ਵੀ ਡਾਕੂਮੈਂਟ ਨੂੰ ਓਪਨ ਨਹੀਂ ਕੀਤਾ ਹੋਇਆ ਸੀ। ਸੋ ਦਿਸ ਇਜ਼ ਹਾਊ ਯੂ ਕੈਨ ਜਸਟ ਫਰਸਟ ਸਟੈਪ ਇਜ਼ ਇਫ ਯੂ ਵਾਂਟ ਟੂ ਰਿਕਾਰਡ ਓਨਲੀ ਆਡੀਓ, ਸੋ ਆਡੀਓ ਰਿਕਾਰਡਿੰਗ ਆਪਾਂ ਕਰ ਲਈ, ਰਾਈਟ। ਹੁਣ ਦੂਸਰੀ ਆਪਸ਼ਨ ਇਹ ਹੈ ਕਿ ਜਿਵੇਂ ਮੈਨੂੰ ਕੱਲ मैं क्वेश्चंस गो थ्रू कर रहा सी, वो क्वेश्चंस गो थ्रू करते हुए देखा कि किसी ने कहा कि मैं प्रेजेंटेशन के थ्रू टीच करना चाहते हैं, तो OBS ਦੇ ਵਿੱਚ ਆਪਾਂ ਲੈਕਚਰ ਰਿਕਾਰਡਿੰਗ ਥਰੂ ਪ੍ਰੈਜੈਂਟੇਸ਼ਨ ਕਿਦਾਂ ਕਰ ਸਕਦੇ ਹਾਂ। दैट इज ਆਲਸੋ ਵੈਰੀ ਸਿੰਪਲ। ਸਭ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਕਿ ਕੋਈ ਵੀ ਪ੍ਰੈਜੈਂਟੇਸ਼ਨ ਜਿਹੜੀ ਕਿ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਆਪਣੇ ਲੈਕਚਰ ਦੇ ਥਰੂ ਉਸ ਨੂੰ ਓਪਨ ਕਰਨਾ ਪਏਗਾ। ਸੋ ਸਪੋਜ਼ ਕੋਈ ਵੀ ਇੱਕ ਮੈਂ ਪ੍ਰੈਜੈਂਟੇਸ਼ਨ ਹੈ ਉਹ ਓਪਨ ਕਰ ਲੈਣਾ। ਉਹ ਉਸ ਪ੍ਰੈਜੈਂਟੇਸ਼ਨ ਦੇ ਥਰੂ we will try to record our lecture. So I'm just finding some presentation जिंदे थ्रू ਆਪਾਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮੈਂ ਕੋਈ ਵੀ ਆਪਣੀ ਪ੍ਰੈਜੈਂਟੇਸ਼ਨ ਬਣਾਈ ਹੋਈ ਹੈ ਉਸ ਨੂੰ ਓਪਨ ਕਰ ਲਾਂਗਾ। ਸੋ ਆਈ ਐਮ ਜਸਟ ਸਰਚਿੰਗ ਫॉर द presentation to be opened because ਇਸ ਵੇਲੇ ਮੈਂ ਮੇਰੀ ਟੈਂਡੈਂਸੀ ਇਹ ਹੈ ਕਿ ਤੁਹਾਨੂੰ ਬਿਲਕੁਲ ਉਸੇ ਤਰ੍ਹਾਂ ਹੀ ਕਰਕੇ ਦਿਖਾਇਆ ਜਾਵੇ ਜਿਸ ਤਰ੍ਹਾਂ ਤੁਸੀਂ ਫੋਲੋ ਕਰਨਾ ਹੈ ਇਸ ਨੂੰ, right? So suppose I have opened any one presentation that I will be using for delivering my talk. So ਇਸ ਨੂੰ ਮੈਂ slide show mode ਦੇ ਵਿੱਚ ਕਰ ਲਿਆ। ਸੋ ਇਸੇ ਤਰ੍ਹਾਂ ਆਪਾਂ ਟੀਚ ਕਰਦੇ ਹਾਂ। ਹੁਣ alt tab ਨੂੰ ਦਬ ਕੇ ਤੁਸੀਂ ਦੇਖੋਗੇ ਫਿਰ ਟੈਬ ਨੂੰ ਪ੍ਰੈਸ ਕਰਦੇ ਜਾਓ। OBS ਸਟੂਡੀਓ ਤੇ ਮੈਂ ਵਾਪਸ ਚਲਾ ਗਿਆ। ਹੁਣ ਇਸ ਦੇ ਵਿੱਚ ਕੀ ਹੈ ਤੁਸੀਂ ਦੇਖੋਗੇ ਕਿ ਆ ਸੋਰਸਿਸ ਇੱਕ ਟੈਬ ਨੀਚੇ ਆ ਰਿਹਾ। ਇਹਦੇ ਵਿੱਚ ਨੀਚੇ ਇੱਕ ਪਲੱਸ ਦਾ ਸਾਈਨ ਹੈ। ਪਲੱਸ ਸਾਈਨ ਤੇ ਮੈਂ ਕੀ ਕੀਤਾ ਕਿ ਹੁਣ ਆਪਾਂ ਕਰ ਸਕਦੇ ਹਾਂ ਈਦਰ ਡਿਸਪਲੇ ਕੈਪਚਰ ਔਰ ਵਿੰਡੋ ਕੈਪਚਰ। ਸੋ ਆਈ ਵਿਲ ਗੋ ਫॉर ਵਿੰਡੋ ਕੈਪਚਰ। ਵਿੰਡੋ ਕੈਪਚਰ ਜਦੋਂ ਕਰਦੇ ਹਾਂ ਤਾਂ ਉਦੋਂ ਆਪਾਂ ਲਿਖਦੇ ਹਾਂ ਕਿ ਸਪੋਜ਼ ਮੈਂ ਲਿਖਣਾ ਕਿ ਪਾਵਰ, ਇਹਦਾ ਕੁਝ ਵੀ ਨਾਮ ਦੇ ਸਕਦੇ ਹੋ, मतलब कोई हार्ड एंड फास्ट रूल नहीं है कि देना है। सो एज आई हैव ओपन पावर पॉइंट प्रेजेंटेशन सो मैं इतने पावर पॉइंट प्रेजेंटेशन लिख लिया। सो ये देखोगे कि उन्हें स्लाइड शो ਨੂੰ अपने आप डिटेक्ट कर लिया। अदरवाइज ਜਦੋਂ ਇਹ ਵਿੰਡੋ ਵਾਲੀ ਡ੍ਰੌਪ ਡਾਊਨ ਨੂੰ ਕਲਿੱਕ ਕਰੋਗੇ ਜਿੰਨਾ ਵੀ ਵਿੰਡੋਜ਼ ਓਪਨਡ ਨੇ ਉਹ ਸਾਰੇ ਆ ਜਾਣਗੇ ਤੁਹਾਡੇ ਕੋਲ। ਸੋ ਹਲੇ ਆਪਾਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨੂੰ ਹੀ ਕੈਪਚਰ ਕਰਨਾ ਚਾਹੁੰਦੇ ਹਾਂ, ਇਸ ਕਰਕੇ ਪਾਵਰ ਪੁਆਇੰਟ ਸਲਾਈਡ ਸ਼ੋ ਮੈਨੂੰ ਦਿਖ ਰਿਹਾ ਹੈ ਜਿਹਨੂੰ ਮੈਂ ਕਲਿੱਕ ਕੀਤਾ ਔਰ ਓਕੇ ਪ੍ਰੈਸ ਕਰਤਾ। ਹੁਣ ਇੱਥੇ ਦੇਖੋਗੇ ਕਿ ਇਹ ਜਿਹੜੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਆਪਾਂ ਨੂੰ ਡਿਸਪਲੇ ਹੋ ਰਹੀ ਸੀ ਜਿਹਨੂੰ ਆਪਾਂ ਲੈਕਚਰ ਵਾਸਤੇ ਯੂਜ਼ ਕਰ ਰਹੇ ਹਾਂ ਉਹ ਇਹਨੇ ਕੈਪਚਰ ਕਰ ਲਈ। ਕੈਪਚਰ ਕਰਨ ਤੋਂ ਬਾਅਦ ਵੀ ਹੈਵ ਮੂਵਡ ਟੂ ਟ੍ਰਾਂਜੀਸ਼ਨ। ਇੱਥੇ ਇੱਕ ਬਟਨ ਆ ਰਿਹਾ ਟ੍ਰਾਂਜੀਸ਼ਨ, ਇਹਨੂੰ ਕਲਿੱਕ ਕੀਤਾ ਤਾਂ ਹੁਣ ਇਹ मूव कर गया ਜਿਹੜਾ ਕਿ ਐਕਚੁਅਲੀ ਆਪਣੇ ਰਿਕਾਰਡਿੰਗ ਦੇ ਵਿੱਚ ਯੂਜ਼ ਹੋਏਗਾ। ਫਾਈਨ। ਸੋ ਸੈਕੰਡਲੀ ਇਹ ਤਾਂ ਸੀਗਾ ਕਿ ਜੇ ਸਿੰਪਲੀ ਪ੍ਰੈਜੈਂਟੇਸ਼ਨ ਦੇ ਥਰੂ ਜਾਣਾ ਚਾਹੁੰਦੇ ਹੋ। ਸੈਕੰਡ ਆਪਸ਼ਨ ਇਹ ਹੈ ਕਿ ਕਈਆਂ ਨੇ ਇਹ ਆਪਸ਼ਨ ਸੀ ਕਿ ਅਸੀਂ ਆਪਣੀ ਵੀਡੀਓ ਵੀ ਪ੍ਰੈਜ਼ੈਂਟ ਕਰਨਾ ਚਾਹੁੰਦੇ ਹਾਂ। ਸੋ ਇਹਦੇ ਵਿੱਚ ਦੇਖੋ ਪਲੱਸ ਸਾਈਨ ਐਡ ਕਰਨਾ ਚਾਹੋਗੇ, ਉਹਦੇ ਤੁਸੀਂ ਆਪਣਾ ਵੀਡੀਓ ਕੈਪਚਰ ਡਿਵਾਈਸ ਲੈਣਾ ਚਾਹੋਗੇ, ਰਾਈਟ। ਸੋ ਇਹਦੇ ਵਿੱਚ ਆਪਣੇ ਕੋਲ ਵੀਡੀਓ ਕੈਪਚਰ ਡਿਵਾਈਸ ਲੈ ਲਿਆ, ਰਾਈਟ। ਇਹਦੇ ਵਿੱਚ ਮੈਂ ਲਿਖ ਲੈਣਾ ਵੈਬ ਕੈਮ, ਇਹਨੂੰ ਆਪਸ਼ਨ ਕਰ ਲਈ, ਰਾਈਟ। ਸੋ ਵੈਬ ਕੈਮਰਾ ਦੇ ਥਰੂ, ਸੋ ਦਿਸ ਇਜ਼ ਮਾਈ ਵੈਬ ਕੈਮਰਾ ਜਿਹਨੂੰ ਕਿ ਮੈਂ ਓਪਨ ਕਰ ਲਿਆ। ਸੋ ਵੈਬ ਕੈਮਰਾ ਇਜ਼ ਓਕੇ, ਫਾਈਨ। ਸੋ ਆਈ ਕਲਿੱਕ ਔਨ ਓਕੇ। ਸੋ ਹੁਣ ਤੁਸੀਂ ਦੇਖੋਗੇ ਕਿ ਨੀਚੇ ਆਪਣੇ ਕੋਲ ਪ੍ਰੈਜੈਂਟੇਸ਼ਨ ਆ ਰਹੀ ਹੈ ਔਰ ਉੱਪਰ ਵੈਬ ਕੈਮਰਾ ਹੈ ਜਿਹਨੂੰ ਕੈਪਚਰ ਕੀਤਾ ਜਾ ਰਿਹਾ ਵੀਡੀਓ ਨੂੰ। ਸੋ ਇਹ ਜਿਹੜਾ ਬਾਰ ਹੈ ਮੈਂ ਹਮੇਸ਼ਾ ਤੁਸੀਂ ਕਾਰਨਰ ਨੂੰ ਪਿਕ ਕਰਨਾ ਹੈ, ਆਪਣੇ ਮਾਊਸ ਨੂੰ ਕਾਰਨਰ ਤੇ ਲੈ ਕੇ ਜਾਣਾ ਹੈ। ਉਸ ਦੇ ਨਾਲ ਤੁਸੀਂ ਇਹਨੂੰ ਮੂਵ ਕਰੋਗੇ ਤਾਂ ਇਹ ਸਮਾਲ ਔਰ ਬਿਗ ਹੋ ਜਾਏਗਾ ਸਕਰੀਨ। ਸੋ ਇਹ ਦੇਖ ਰਹੇ ਹਾਂ ਕਿ ਆਪਾਂ ਸਮਾਲ ਸਕਰੀਨ ਹੋ ਗਈ। ਸੋ ਇਹਨੂੰ ਮੂਵ ਕਰਕੇ ਬਿਲਕੁਲ ਬਾਟਮ ਤੇ ਲਿਆਓ, ਰਾਈਟ। ਸੋ ਹੁਣ ਇਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਵੀਡੀਓ ਹੈ ਉਹ ਇਨ ਪੈਰਲਲ ਚੱਲੇਗੀ, ਫਾਈਨ। ਸੋ ਇਹਨੂੰ ਵੀ ਆਪਾਂ ਹੁਣ ਟ੍ਰਾਂਜੀਸ਼ਨ ਕੀਤਾ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਦਿਸ ਇਜ਼ ਬੇਸਿਕਲੀ ਇਨ ਦ ਪ੍ਰੋਗਰਾਮ ਵਿੰਡੋ ਯੂ ਵਿਲ ਸੀ that this is the final output that you will be looking at. So ਇਹਦੇ ਵਿੱਚ ਆਪਣੇ ਕੋਲ ਪ੍ਰੈਜੈਂਟੇਸ਼ਨ ਐਟ ਦ ਬੈਕ ਹੈ, ਉਹਦੇ ਟੌਪ ਤੇ ਤੁਹਾਡੇ ਕੋਲ ਆਪਣੀ ਫੋਟੋ ਆ ਰਹੀ ਹੈ। ਸੋ ਇਹਦੇ ਵਿੱਚ ਹੁਣ ਨੈਕਸਟ ਆਪਣੇ ਕੋਲ ਆਪਸ਼ਨ ਕੀ ਹੈ ਕਿ ਤੁਸੀਂ ਜਦੋਂ ਵੀ ਰਿਕਾਰਡਿੰਗ ਨੂੰ ਸਟਾਰਟ ਕਰਨਾ ਹੈ ਉਸ ਤੋਂ ਪਹਿਲਾਂ ਮੈਂ ਐਕਸਪਲੇਨ ਕਰਨਾ ਚਾਹੂੰਗਾ ਸੈਟਿੰਗਸ ਬਾਰੇ। ਸੋ ਤੁਸੀਂ ਇਸ ਕਰਸਰ ਨੂੰ ਦੇਖ ਰਹੇ ਹੋ, ਮੈਂ ਹੋਰ ਵੀ ਐਕਸਪਲੇਨ ਕਰ ਸਕਦਾ। ਸੋ ਦੇਖੋ ਇੱਥੇ ਸੈਟਿੰਗਸ ਹੈ, ਸੈਟਿੰਗਸ ਨੂੰ ਜਦੋਂ ਕਲਿੱਕ ਕੀਤਾ
फाइन। सो सैटिंग्स ਨੂੰ ਜਦੋਂ क्लिक कर रहे हो आई क्लिक ऑन द सैटिंग्स, ਤੁਹਾਡੇ ਕੋਲ ਇੱਕ ਪੌਪਅਪ ਆ ਗਿਆ। ਇਸ ਪੌਪਅਪ ਦੇ ਥਰੂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਆਪਸ਼ਨਸ ਨੇ ਜਨਰਲ, ਸਟ੍ਰੀਮ, ਆਊਟਪੁੱਟ, ਆਡੀਓ, ਵੀਡੀਓ, ਹੌਟਕੀਜ਼ ਐਂਡ ਐਡਵਾਂਸਡ। ਸੋ ਇਹਨਾਂ ਚੋਂ ਬਹੁਤ ਕਈ ਚੀਜ਼ਾਂ ਨੂੰ ਤੁਸੀਂ ਨਹੀਂ ਜ਼ਿਆਦਾ ਯੂਜ਼ ਕਰਨਾ। ਮੈਂ ਹੌਟਕੀਜ਼ ਬਾਰੇ ਦੱਸਾਂਗਾ ਕੀ ਮਤਲਬ ਹੈ। ਹੌਟਕੀਜ਼ ਦੇ ਵਿੱਚ ਦੇਖੋ ਚਾਰ ਚੀਜ਼ਾਂ ਹੀ ਆਪਣੇ ਕੰਮ ਕਰਨ ਵਾਲੀਆਂ ਨੇ। ਇੱਕ ਸਟਾਰਟ ਰਿਕਾਰਡਿੰਗ, ਸਟਾਪ ਰਿਕਾਰਡਿੰਗ, ਪੌਜ਼ ਰਿਕਾਰਡਿੰਗ, ਅਨਪੌਜ਼ ਰਿਕਾਰਡਿੰਗ। ਸੋ ਇਹਨਾਂ ਦਾ ਮੇਨ ਪਰਪਸ ਕੀ ਹੈ ਕਿ ਜਦੋਂ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਉਦੋਂ ਤੁਸੀਂ ਪ੍ਰੈਜੈਂਟੇਸ਼ਨ ਸਲਾਈਡ ਸ਼ੋ ਦੇ ਉੱਤੇ ਆਪਣੇ ਆਪ ਨੂੰ ਫੋਕਸ ਕਰ ਲਿਆ। ਹੁਣ ਜਦੋਂ ਰਿਕਾਰਡਿੰਗ ਸਟਾਰਟ ਕਰਨੀ ਹੈ ਇਹ ਨਹੀਂ ਹੈ ਕਿ ਤੁਹਾਨੂੰ ਵਾਪਸ ਇਸ ਵਿੰਡੋ ਤੇ ਆਉਣਾ ਪਏਗਾ। ਸੋ ਤੁਹਾਡੇ ਕੋਲ ਇੱਕ ਸ਼ਾਰਟਕਟ ਕੀ ਹੋਣਾ ਚਾਹੀਦਾ ਹੈ। ਸ਼ਾਰਟਕਟ ਕੀ ਦਾ ਮਤਲਬ ਕੀ ਹੈ ਕਿ ਜਿਵੇਂ ਕੰਟਰੋਲ ਸੀ ਕਾਪੀ ਵਾਸਤੇ ਯੂਜ਼ ਕਰਦੇ ਹੋ, ਕੰਟਰੋਲ ਵੀ ਪੇਸਟਿੰਗ ਵਾਸਤੇ ਯੂਜ਼ ਕਰਦੇ ਹੋ, ਕੰਟਰੋਲ ਐਕਸ ਕੱਟ ਵਾਸਤੇ ਯੂਜ਼ ਕਰਦੇ ਹੋ। ਆਈ ਥਿੰਕ ਮਾਈਕਰੋਸੌਫਟ ਆਫਿਸ ਸਭ ਨੇ ਯੂਜ਼ ਕੀਤਾ ਹੋਇਆ ਹੈ। ਸੋ ਉਹਦੇ ਅਕੋਰਡਿੰਗਲੀ ਇਹਦੇ ਵਿੱਚ ਵੀ ਆਪਾਂ ਸ਼ਾਰਟਕਟ ਕੀਜ਼ ਲਿਖਿਆ ਨੇ। ਜਦੋਂ ਤੁਸੀਂ ਪ੍ਰੈਜੈਂਟੇਸ਼ਨ ਮੋਡ ਤੇ ਬੈਠੇ ਹੋ, ਉਦੋਂ ਜਦੋਂ ਕੰਟਰੋਲ ਐਲ ਨੂੰ ਪ੍ਰੈਸ ਕਰਦੇ ਹੋ ਤਾਂ ਇਟ ਮੀਨਸ ਰਿਕਾਰਡਿੰਗ ਸਟਾਰਟ ਹੋ ਜਾਏਗੀ। ਜੇ ਕੰਟਰੋਲ ਐਮ ਨੂੰ ਪ੍ਰੈਸ ਕਰੋਗੇ ਰਿਕਾਰਡਿੰਗ ਸਟਾਪ ਹੋ ਜਾਏਗੀ। ਇਨ ਬਿਟਵੀਨ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਕੋਈ ਪ੍ਰੈਜੈਂਟੇਸ਼ਨ ਰਿਕਾਰਡਿੰਗ ਕਰ ਰਹੇ ਹਾਂ ਬਟ ਆਪਾਂ ਨੂੰ ਲੱਗਦਾ ਹੈ ਕਿ ਇਹ ਕਨਸੈਪਟ ਜਿਹੜਾ ਹੈ ਮੈਨੂੰ ਹੋਰ ਐਕਸਪਲੋਰ ਕਰ ਲੈਣਾ ਚਾਹੀਦਾ ਕੁਝ ਰਿਕਾਰਡਿੰਗ ਕਰਨ ਦੇ ਲਈ। ਸੋ ਆਪਾਂ ਪੌਜ਼ ਵੀ ਕਰ ਸਕਦੇ ਹਾਂ ਰਿਕਾਰਡਿੰਗ। ਸੋ ਰਿਕਾਰਡਿੰਗ ਪੌਜ਼ ਵਾਸਤੇ ਮੈਂ ਕੰਟਰੋਲ ਓ ਰੱਖਿਆ ਹੋਇਆ ਹੈ। ਫਿਰ ਉਸ ਤੋਂ ਬਾਅਦ ਵਾਪਸ ਰਿਜ਼ਿਊਮ ਕਰਨਾ ਹੋਵੇ ਤਾਂ ਮੈਂ ਕੰਟਰੋਲ ਯੂ ਰੱਖਿਆ ਹੋਇਆ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੰਟਰੋਲ ਐਲ ਸਟਾਰਟ ਰਿਕਾਰਡਿੰਗ ਵਾਸਤੇ, ਕੰਟਰੋਲ ਐਮ ਸਟਾਪ ਰਿਕਾਰਡਿੰਗ ਵਾਸਤੇ, ਕੰਟਰੋਲ ਓ ਪੌਜ਼ ਰਿਕਾਰਡਿੰਗ ਵਾਸਤੇ, ਅਨਪੌਜ਼ ਰਿਕਾਰਡਿੰਗ ਕੰਟਰੋਲ ਯੂ। ਸੋ ਇਹ ਜਿਹੜੇ ਕੰਬੀਨੇਸ਼ਨਸ ਨੇ ਇਹ ਸਾਰੇ ਕੰਬੀਨੇਸ਼ਨਸ ਸਟੈਂਡਰਡ ਨਹੀਂ ਹੁੰਦੇ, ਇਹ ਮੈਂ ਆਪ ਸੈੱਟ ਕੀਤੇ ਨੇ। ਸੋ ਇੱਥੇ ਮੈਂ ਇੱਕ ਤੁਹਾਨੂੰ ਕਰਕੇ ਦਿਖਾਊਂਗਾ ਕਿ ਆਪਾਂ ਸੈਟਿੰਗ ਕਿਵੇਂ ਕਰ ਸਕਦੇ ਹਾਂ। ਸੋ ਦੇਖੋ ਜਦੋਂ ਇਸ ਤੇ ਮੈਂ ਕਰਸਰ ਲੈ ਕੇ ਗਿਆ ਰਾਈਟ, ਮੈਂ ਜਿਹੜਾ ਵੀ ਕੀ ਕੰਬੀਨੇਸ਼ਨ ਪ੍ਰੈਸ ਕਰਾਂਗਾ ਆਟੋਮੈਟਿਕਲੀ ਉਹ ਇੱਥੇ डिस्प्ले होने लग जाएगा। सपोज मैं लिखता कंट्रोल ए, तो देखो मैं कंट्रोल ए प्रेस किया, इतने कंट्रोल ए आ गया, कंट्रोल एस प्रेस किया, कंट्रोल एल आ गया, कंट्रोल एन प्रेस किया, कंट्रोल एन आ गया, कंट्रोल एम प्रेस किया। सो वाई इट इज़ नॉट कमिंग बिकॉज कंट्रोल एम ऑलरेडी स्टार्ट रिकॉर्डिंग पे है। सो कंट्रोल एल प्रेस करता। सो हुण जेड़े भी मैं की कॉम्बीनेशन क्लिक किया उही कॉम्बीनेशन इत्थे जाके टाइप इन हो जाएगा अपने आप। सो इसी तरह तुहाडी अपनी चॉइस के अकॉर्डिंगली यू कैन कीप द कॉम्बीनेशन। कॉम्बीनेशन जो तुसी फाइनल कर लिया बट ध्यान ये रखना है कि कॉम्बीनेशन एवें दा होना चाहिए जिहड़े स्टैंडर्ड विंडोज़ दे अपने हैगे ने कंट्रोल एक्स, कंट्रोल वी, कंट्रोल सी, कंट्रोल एन। सो एवें दे कॉम्बीनेशनस ना होण, जदों उन्हां नूं प्रैस करो तो वो विंडोज़ अपना ही जिहड़ा स्टैंडर्ड उन्हां दा प्री डिफाइंड प्रोग्राम है ओपन कर दे उस कॉम्बीनेशन दे नाल। सो इस जदों मैं ये सैट कर लिया, सैट करन तो बाद आई विल क्लिक ऑन अप्लाई, अप्लाई करन तो बाद ओके। सो नाउ ਆਪਾਂ ਇੱਕ ਸ਼ਾਰਟਕਟ ਕੀਜ਼ ਇਹਦੇ ਵਿੱਚ ਸੈੱਟ ਕਰ ਲੀਆਂ ਜਿੰਦੇ ਥਰੂ ਨਾਓ ਆਈ ਵਿਲ ਨਾਟ ਕਮ ਔਨ ਦਿਸ ਵਿੰਡੋ, ਇਸ ਵਿੰਡੋ ਦੇ ਉੱਪਰ ਵਾਪਸ ਨਹੀਂ ਆਵਾਂਗਾ ਬਟ ਆਈ ਵਿਲ ਕੀਪ ਫੋਕਸਡ ਔਨ ਮਾਈ ਪ੍ਰੈਜੈਂਟੇਸ਼ਨ ਓਨਲੀ। ਔਰ ਜਦੋਂ ਮੈਂ ਪ੍ਰੈਜੈਂਟੇਸ਼ਨ ਤੇ ਫੋਕਸ ਕੀਤਾ ਹੋਇਆ ਉਦੋਂ ਹੀ ਮੈਂ ਕੰਟਰੋਲ ਐਲ ਦੇ ਨਾਲ ਸਟਾਰਟ ਰਿਕਾਰਡਿੰਗ ਕਰ ਦਾਂਗਾ, ਕੰਟਰੋਲ ਐਮ ਦੇ ਨਾਲ ਸਟਾਪ ਰਿਕਾਰਡਿੰਗ ਕਰ ਦਾਂਗਾ। बाकी जो pause और unpause combinations ने that can also be used if we require to pause and unpause in between. Fine. So हुण आपां start recording इत्थे नहीं करना, इत्थे भी option है अपने को start recording दी, but I will not do start recording from here. So how I will do is I will move to my, फिर मैं alt tab दबदा, alt ते tab नूं इकट्ठा दबना है। सो देखो मेरी जिहड़ा कर्सर है वो सारी विंडोज़ ते मूव कर रहा है, मैं alt नूं दब के रखा होया है बट टैब नूं मैं फिंगर ਨੂੰ ਕਦੀ ਉੱਪਰ ਚੱਕ ਲੈਣਾ ਕਦੀ ਥੱਲੇ ਰੱਖ ਲੈਣਾ। ਉਹਦੇ ਨਾਲ ਕੀ ਹੈ ਕਿ ਤੁਹਾਡੀ ਇਹ ਵਿੰਡੋ ਦਾ ਜਿਹੜਾ ਫੋਕਸ ਹੈ ਮੂਵ ਕਰਦਾ ਰਹਿੰਦਾ ਹੈ। ਸੋ ਜਦੋਂ ਮੇਰੇ ਕੋਲ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਉੱਤੇ ਫੋਕਸ ਆ ਗਿਆ ਸੋ ਆਈ ਵਿਲ ਰਿਲੀਜ਼ ਦ ਬਟਨ ਰਿਲੀਜ਼ ਕਰ ਰਹੇ ਹਾਂ। ਸੋ ਤੁਸੀਂ ਦੇਖ ਰਹੇ ਹੋ ਕਿ ਹੁਣ ਇਹ ਪ੍ਰੈਜੈਂਟੇਸ਼ਨ ਮੇਰੀ ਓਪਨ ਹੋ ਗਈ ਹੈ। ਸੋ ਨਾਓ ਆਈ ਵਾਂਟ ਟੂ ਸਟਾਰਟ ਦ ਰਿਕਾਰਡਿੰਗ। ਫਾਈਨ। ਸੋ ਆਈ ਵਿਲ ਨਾਟ ਗੋ ਬੈਕ ਟੂ ਦ OBS but now I will start my lecture over here. So now as and when I am going to start the lecture first letter भी बोलन दी तो पहला, so what I'll press is control L because that is the shortcut key for starting the recording that we have set in the settings. So मैं control L press करता, it means recording has been started. So now I will be explaining you disability and introduction. So now ਜਿਵੇਂ ਜਿਵੇਂ ਆਪਾਂ ਪ੍ਰੈਜੈਂਟੇਸ਼ਨ ਦਿੰਦੇ ਜਾਵਾਂਗੇ ਆਪਣਾ ਲੈਕਚਰ ਦਿੰਦੇ ਜਾਵਾਂਗੇ, ਜਿਵੇਂ ਆਪਾਂ ਲੈਕਚਰ ਦੇ ਰਹੇ ਹਾਂ ਸਿੰਪਲ ਉਵੇਂ ਆਪਣੀ ਸਕਰੀਨ ਮੂਵ ਕਰਦੇ ਜਾਓ, ਆਪਣੀ ਰਿਕਾਰਡਿੰਗ ਕਰਦੇ ਜਾਓ।
So now I have moved to the next slide. I have moved to the next slide. I'm moving to the next slide. I'm moving to the next slide. So इस तरह की है कि सारी रिकॉर्डिंग जड़ी है वो मैं अपनी रिकॉर्डिंग सपोज कर ली. सो कंट्रोल M अपनी रिकॉर्डिंग ਨੂੰ ਸਟਾਪ ਕਰਨ ਵਾਸਤੇ ਸੀ. ਸੋ I press control M. ਹੁਣ ਜਦੋਂ ਕੰਟਰੋਲ M ਕਰ ਲਿਆ, ਅਗੇਨ I will press on Alt Tab. Alt Tab OBS ਤੇ ਗਏ. ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਅਗੇਨ ਸਟਾਰਟ ਰਿਕਾਰਡਿੰਗ ਆ ਚੁੱਕਿਆ ਹੈ. ਇਹਦਾ ਮਤਲਬ ਰਿਕਾਰਡਿੰਗ ਹੋ ਚੁੱਕੀ ਹੈ. ਸੋ ਇਹਦੇ ਵਾਸਤੇ ਆਪਾਂ ਕੀ ਕਰਾਂਗੇ, ਫਿਰ ਆਪਾਂ ਜਾਵਾਂਗੇ ਫਾਈਲ ਸ਼ੋ ਰਿਕਾਰਡਿੰਗਸ. ਸ਼ੋ ਰਿਕਾਰਡਿੰਗਸ ਦੇ ਵਿੱਚ ਦੇਖੋ ਕਿ ਆਪਣੇ ਕੋਲ ਲੇਟੈਸਟ ਵਾਲੀ ਫਾਈਲ ਜਿਹੜੀ ਹੈ ਉਹ ਆਲਰੇਡੀ ਆ ਚੁੱਕੀ ਹੈ, ਜਿਸ ਨੂੰ ਮੈਂ ਤੁਹਾਨੂੰ ਚਲਾ ਕੇ ਦਿਖਾਵਾਂਗਾ. ਚਲਾਉਣ ਤੋਂ ਪਹਿਲਾਂ ਮੈਂ ਇੱਕ ਡੈਸਕਟਾਪ ਆਡੀਓ ਔਨ ਕਰ ਰਿਹਾ ਕਿਉਂਕਿ ਤੁਹਾਨੂੰ ਪਤਾ ਚੱਲ ਜਾਏ ਕਿ ਉਹ ਰਿਕਾਰਡਿੰਗ ਦੇ ਵਿੱਚ ਵਾਇਸ ਵੀ ਆਈ ਸੀ ਕਿ ਨਹੀਂ ਆਈ ਸੀ. ਸੋ ਮੈਂ ਆਪਣਾ ਮਾਈਕ ਜਿਹੜਾ ਹੈ ਉਹ ਬੰਦ ਕਰ ਰਿਹਾ ਔਰ ਆਪਣਾ ਡੈਸਕਟਾਪ ਆਡੀਓ ਔਨ ਕਰ ਦਾਂਗਾ. ਸੋ ਹੁਣ ਤੁਸੀਂ ਦੇਖਿਆ ਹੋਣਾ ਇਹਦੇ 'ਚ ਕਿ ਆਪਣੀ ਰਿਕਾਰਡਿੰਗ ਹੋ ਚੁੱਕੀ ਹੈ ਔਰ ਉਹ ਰਿਕਾਰਡਿੰਗ ਆਪਾਂ ਕਿੱਥੋਂ ਫਾਈਂਡ ਆਊਟ ਕੀਤੀ, ਸ਼ੋ ਫਾਈਲ ਦੇ ਵਿੱਚ ਸ਼ੋ ਰਿਕਾਰਡਿੰਗਸ. ਨੀਚੇ ਤੁਸੀਂ ਦੇਖ ਰਹੇ ਹੋ ਕਿ ਇੱਕ ਰੀਮਕਸ ਰਿਕਾਰਡਿੰਗ ਹੈ. ਰੀਮਕਸ ਰਿਕਾਰਡਿੰਗ ਦਾ ਮਤਲਬ ਕੀ ਹੈ ਕਿ ਜਦੋਂ ਵੀ ਆਪਾਂ ਇਹ ਰਿਕਾਰਡਿੰਗ ਕਰ ਰਿਹਾ ਹੈ ਉਸ ਦੀ ਫਾਰਮੈਟ ਤੁਹਾਨੂੰ ਮੈਂ ਦਿਖਾ ਦੇਣਾ ਦੁਬਾਰਾ ਤੋਂ ਉਸੇ ਫੋਲਡਰ 'ਚ ਜਾ ਕੇ. ਸੋ ਇਸ ਫਾਈਲ ਦੇ ਉੱਤੇ ਰਾਈਟ ਕਲਿੱਕ ਕੀਤਾ, ਰਾਈਟ ਕਲਿੱਕ ਕਰਕੇ ਮੈਂ ਪ੍ਰੋਪਰਟੀਜ਼ ਕਰ ਲਿਆ. ਉਹਦੇ 'ਚ ਤੁਸੀਂ ਦੇਖੋਗੇ ਕਿ MKV ਫਾइल बनी है, but sometimes we require MP4 files or MP3 files. Fine. So in ਦੇ ਵਿੱਚ ਆਪਣੇ ਕੋਲ options के ऊपर file remux recording ਇਹਨੂੰ click ਕੀਤਾ. so ਇਹਦੇ ਵਿੱਚ ਆਪਣੇ ਕੋਲ ਕੀ ਹੈ, ਤੁਸੀਂ choose ਕਰ ਸਕਦੇ ਹੋ ਕਿ ਕਿਹੜੀ recording ਤੁਹਾਡੇ ਕੋਲ ਸੀਗੀ. ਸੋ ਲਾਸਟ ਦੇ ਵਿੱਚ ਆਪਣੇ ਕੋਲ ਆ ਰਿਕਾਰਡਿੰਗ ਸੀ, ਮੈਂ ਓਪਨ ਕਰ ਲਿਆ. ਓਪਨ ਕਰਨ ਤੋਂ ਬਾਅਦ ਇਹਨੂੰ ਕਰ ਲਿਆ ਰੀਮਕਸ. ਠੀਕ ਹੈ, ਰੀਮਕਸ ਕਰਨ ਤੋਂ ਬਾਅਦ ਕੀ ਹੈ, ਇਹ ਫਾਈਲ ਜਿਹੜੀ ਹੈ ਉਹ MP4 ਚ ਕਨਵਰਟ ਹੋ ਗਈ. ਉਹਦਾ ਫਾਰਮੈਟ ਕੀ ਹੋ ਗਿਆ, MP4. ਸੋ ਆਪਾਂ ਨੂੰ MP4 ਚਾਹੀਦੀ ਹੁੰਦੀ ਹੈ. ਸੋ ਦਿਸ ਇਜ਼ ਦ ਫਾਈਲ ਦੈਟ ਹੈਜ਼ ਬਿਕਮ ਇਨਟੂ ਦੈਟ ਹੈਜ਼ ਬੀਨ ਕਨਵਰਟਡ ਇਨਟੂ MP4. ਸੋ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਇਹ MP4 ਦੇ ਵਿੱਚ ਕਨਵਰਟ ਹੋ ਚੁੱਕੀ ਹੈ. ਦੇਖੋ MP4 ਦੇ ਵਿੱਚ ਆ ਗਈ ਆਪਣੇ ਕੋਲ, ਰਾਈਟ. ਸੋ ਇਨ ਦਿਸ ਵੇ ਤੁਸੀਂ ਦੇਖਿਆ ਹੋਣਾ ਹੈ ਕਿ ਆਪਾਂ MP4 ਦੇ ਵਿੱਚ ਆਪਣੀ ਫਾਈਲਸ ਨੂੰ ਕਨਵਰਟ ਕਰ ਲਿਆ. ਸੋ ਇਸ ਤਰ੍ਹਾਂ ਉਹ MP4 ਨੂੰ ਤੁਸੀਂ ਆਪਣੇ ਸਟੂਡੈਂਟਸ ਨਾਲ ਸ਼ੇਅਰ ਕਰ ਸਕਦੇ ਹੋ ਔਰ WhatsApp ਤੇ ਵੀ ਭੇਜ ਸਕਦੇ ਹੋ. ਬਟ ਲਿਮਿਟ ਹੁਣ WhatsApp ਦੀ ਵੀ ਉਸ ਜਿਹੜੀ ਰਿਕਾਰਡਿੰਗ ਦਾ ਸਾਈਜ਼ ਇੱਥੋਂ ਤੱਕ ਹੋਵੇ ਤਾਂ ਹੀ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ, ਅਦਰਵਾਈਜ਼ ਇਟ ਇਜ਼ ਨਾਟ ਅਲਾਉਡ. ਸੋ ਆਈ ਹੋਪ ਕਿ ਬੜੇ ਬੇਸਿਕ ਜੀ ਤਰੀਕੇ ਦੇ ਨਾਲ ਜੇ ਆਪਣੀ ਤੁਸੀਂ ਰਿਕਾਰਡਿੰਗ ਕਰਨੀ ਹੋਵੇ ਤਾਂ ਦਿਸ ਇਜ਼ ਦਾ ਬੈਸਟ ਵੇ ਹਾਊ ਕੈਨ ਯੂ ਰਿਕਾਰਡ. ਅਦਰਵਾਈਜ਼ ਇਫ ਯੂ ਫਾਈਂਡ ਇਟ ਕਿ OBS ਸਟੂਡੀਓ ਨੂੰ ਡਾਊਨਲੋਡ ਕਰਨਾ, ਇੰਸਟਾਲ ਕਰਨਾ, ਦੈਨ ਜਿੰਨੀ ਵੀ ਸਮਾਲ ਜੀ ਸੈਟਿੰਗ ਮੈਂ ਤੁਹਾਨੂੰ ਦੱਸੀ ਹੈ ਉਹ ਵੀ ਤੁਹਾਨੂੰ ਰਿਕਾਰਡ ਕਰਨੀ ਔਖੀ ਲੱਗਦੀ ਹੈ, ਤਾਂ ਤੁਸੀਂ ਸਾਰੇ ਹੀ ਲਾਈਵ ਲੈਕਚਰਸ ਵਾਸਤੇ ਆਪਣਾ ਸੌਫਟਵੇਅਰ ਯੂਜ਼ ਕਰ ਰਹੇ ਹੋ. ਕੋਈ ਜ਼ੂਮ ਯੂਜ਼ ਕਰ ਰਿਹਾ ਹੈ, ਕੋਈ ਗੂਗਲ ਮੀਟ ਯੂਜ਼ ਕਰ ਰਿਹਾ ਹੈ, ਕਿਸੇ ਨੂੰ ਮਾਈਕਰੋਸੌਫਟ ਟੀਮ ਅੱਛਾ ਲੱਗਦਾ ਹੈ, ਕਿਸੇ ਨੂੰ ਫ੍ਰੀ ਕਾਨਫਰੰਸ ਕਾਲ ਕੰਫਰਟੇਬਲ ਲੱਗਦਾ ਹੋਏਗਾ. ਸੋ ਸਿੰਪਲੀ ਕੁਝ ਨਹੀਂ ਕਰਨਾ, ਤੁਸੀਂ ਆਪਣੀ ਇੱਕ ਮੀਟਿੰਗ ਹੋਸਟ ਕਰੋ ਜਿਹਦੇ 'ਚ ਕੋਈ ਪਾਰਟਿਸਪੈਂਟਸ ਨਹੀਂ ਹੈ ਔਰ ਸਕਰੀਨ ਸ਼ੇਅਰਿੰਗ ਕਰਕੇ ਆਪਣੀ ਸਿੰਪਲ ਰਿਕਾਰਡਿੰਗ ਕਰ ਲਓ. ਵੈਬਕੈਮ ਨੂੰ ਔਨ ਕਰ ਲਓ, ਰਿਕਾਰਡਿੰਗ ਔਨ ਕਰ ਲਓ. ਸੋ ਉਹਦੀ ਜਿਹੜੀ ਰਿਕਾਰਡਿੰਗ ਹੋਏਗੀ ਉਸ ਮੀਟਿੰਗ ਦੀ, that will be your lecture. So simple. So that is also another way how can you record your lectures to share with your students. So thank you very much. So I will be coming in further videos about the advanced features of this OBS, and in between I have used some zooming functions. So I will let you know how can you zoom some of the screen parts while teaching to your students. And another option that I have been asked to explain is how you can use the whiteboards or pen or pencil in between when you are teaching to your students. So in the next lecture I'll be explaining to you. So I hope you have learned OBS and how to record a lecture in a very simplified way through this lecture. So I'm really thankful to you, and keep watching the videos through the eLearn PUP YouTube channel. So we will be keep uploading the videos over there. Dr. Josen, Dr. Satinder, so we all will be uploading the videos over there. So please subscribe to that channel and press the bell icon so that whenever we are uploading the videos, you are able to find that
a new video has come and you can gain the knowledge. So thank you very much, and we will be coming with new videos in further